ਹਿਮਾਚਲ ਦੇ ਵਿੱਚ, ਉਰੇ ਆ ਕੇ ਤੁਸੀਂ ਸੰਘਰਸ਼ ਦੇ ਵਿੱਚ ਆਮ ਕਿਸਾਨ ਦੀ ਤਰ੍ਹਾਂ ਬੈਠੇ ਹੋ, ਕੋਈ ਰਾਜਨੀਤਿਕ ਟੈਗ ਨਹੀਂ ਲੱਗਿਆ, ਉਰੇ ਆਮ ਬੰਦਿਆਂ ਦੀ ਤਰ੍ਹਾਂ ਬੈਠੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਦਾ ਪੁੱਤ ਹਾਂ ਔਰ ਆਪਣੀ ਜ਼ਮੀਨ ਆਪਣੀ ਧਰਤੀ ਮਾਂ ਦੇ ਨਾਲ ਜੁੜਿਆ ਆ, ਕਿਉਂਕਿ ਜਿੰਨੇ ਮੈਨੂੰ ਪੈਦਾ ਕੀਤਾ, ਜਿਹੜੇ ਕਿਸਾਨ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਅੱਜ ਉਹਦੀ ਜ਼ਮੀਨ ਤੇ ਉਹਦੀ ਜ਼ਮੀਰ ਦੀ ਲੜਾਈ ਹੈ। ਔਰ ਉਸ ਜ਼ਮੀਰ ਤੇ ਜ਼ਮੀਨ ਦੀ ਲੜਾਈ ਦੇ ਵਿੱਚ ਅੱਜ ਜਿਹੜਾ ਪਹਿਲਾ ਫਰਜ਼ ਹੈ ਉਹਨੂੰ ਸਭ ਤੋਂ ਪਹਿਲਾਂ ਨਿਭਾਉਣਾ, ਕਿ ਇਹਦੇ ਵਿੱਚ ਆਪਣੀ ਸੋਲੀਡੈਰਿਟੀ ਦੇਣਾ, ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਨਾ, ਇਹਦੇ ਵਿੱਚ ਆਪਣੇ ਆਪ ਨੂੰ ਇਸ ਸੰਘਰਸ਼ ਦੇ ਵਿੱਚ ਇੱਕ ਕਿਸਾਨ ਦੇ ਬੇਟੇ ਦੇ ਰੂਪ ਦੇ ਵਿੱਚ ਸ਼ਾਮਲ ਕਰਨਾ। ਲੀਡਰ ਤਾਂ ਬਾਅਦ 'ਚ ਬਣਦਾ ਆ ਬੰਦਾ, ਪਹਿਲਾਂ ਜਿਹੜਾ ਹੈਗਾ ਆਪਣੀ ਮਾਂ ਦੇ ਪੇਟ 'ਚੋਂ ਪੈਦਾ ਹੁੰਦਾ ਆ, ਆਪਣੀ ਧਰਤੀ ਮਾਂ ਦੀ ਗੋਦ 'ਚੋਂ ਨਿਕਲਦਾ ਆ, ਆਪਣੇ ਪਿਓ ਕਿਸਾਨ ਨੇ ਉਹਨੂੰ ਪਾਲਿਆ ਹੁੰਦਾ ਆ। ਸੋ ਅੱਜ ਮੇਰੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਇਹ ਹੈ। ਸੋ ਮੈਂ ਆਪਣੀ ਉਸ ਜ਼ਿੰਮੇਵਾਰੀ ਦਾ ਅਹਿਸਾਸ ਕਰਦਾ ਹੋਇਆ, ਜਿਸ ਦਿਨ ਦਾ ਇਹ ਸੰਘਰਸ਼ ਚੱਲਿਆ ਹੋਇਆ ਆ, ਲਗਾਤਾਰ ਬਿਨਾਂ ਕਿਸੇ, ਅੱਜ ਤੁਸੀਂ ਮੇਰੇ ਕੋਲੇ ਬੈਠ ਗਏ ਹੋ ਆ ਕੇ, ਨਹੀਂ ਤਾਂ ਆ ਕੇ ਆਪਾਂ ਨਾ ਚੁੱਪ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਜਾਈਦੀ ਹੈ। ਜੰਤਰ ਮੰਤਰ ਤੇ ਲਗਾਤਾਰ ਵੱਖ-ਵੱਖ ਜਿਹੜੇ MP ਨੇ ਉਹ ਧਰਨਾ ਦੇ ਰਹੇ ਨੇ। ਅਸੀਂ ਔਜਲਾ, ਗੁਰਜੀਤ ਸਿੰਘ ਔਜਲਾ ਨੇ, ਉਹਨਾਂ ਨੂੰ ਵੀ ਮਿਲੇ, ਰਵਨੀਤ ਸਿੰਘ ਬਿੱਟੂ ਨੂੰ ਵੀ ਮਿਲੇ, ਜਸਪੀਰ ਸਿੰਘ ਗਿੱਲ, ਡਿੰਪਾ ਨੂੰ ਵੀ ਮਿਲੇ, ਸਾਰੇ ਲੋਕ ਲਗਾਤਾਰ ਉੱਥੇ ਡਟੇ ਹੋਏ ਨੇ। ਤੁਸੀਂ ਵਿਧਾਇਕ ਜਿਹੜੇ ਨੇ ਉੱਥੇ ਵੀ ਜਾ ਰਹੇ ਨੇ, ਉਰੇ ਵੀ ਆ ਰਹੇ ਨੇ, ਔਰ ਆਮ ਲੋਕਾਂ ਦੀ ਤਰ੍ਹਾਂ ਧਰਨਾ ਦੇ ਰਹੇ ਨੇ। ਦੇਖੋ, ਹਰ ਇੱਕ ਵਿਅਕਤੀ ਜਿਸ ਤਰ੍ਹਾਂ ਉਹਨੂੰ ਚੰਗਾ ਲੱਗ ਰਿਹਾ ਆ, ਕਿਉਂਕਿ ਇਹ ਸੰਘਰਸ਼ ਜਿਹੜਾ ਆ ਇਹ ਸਾਡੀਆਂ ਸਮੁੱਚੀ ਕਿਸਾਨ ਜਥੇਬੰਦੀਆਂ ਦੇ ਮਤਲਬ ਉਹਨਾਂ ਦੀ ਅਗਵਾਈ 'ਚ ਲੜਿਆ ਜਾ ਰਿਹਾ, ਔਰ ਉਹਦੇ ਵਿੱਚ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਡਾ ਕੰਮ ਹੈ, ਸਾਡਾ ਕੰਮ ਇਹ ਹੈ ਕਿ ਜਿਹੜੀ ਵੀ ਕੋਈ ਕਿਸੇ ਤਰ੍ਹਾਂ ਦੀ ਸਾਡੇ ਹਲਕਿਆਂ ਦੇ ਵਿੱਚੋਂ ਮਦਦ, ਸਾਡੇ ਹਲਕਿਆਂ 'ਚੋਂ ਬਹੁਤ ਸਾਰੇ ਸਰਪੰਚ, ਪੰਚ, ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਸੀਂ ਬਹੁਤ ਸਾਰੇ ਤਕਰੀਬਨ ਰੋਜ਼ ਹੀ 25 ਕੁ ਪਿੰਡਾਂ ਦਾ ਜਥਾ ਹੁੰਦਾ ਆ। ਸੋ ਸਾਡਾ ਫਰਜ਼ ਜਿਹੜਾ ਹੈਗਾ ਆ ਉਹ ਇਹ ਹੈ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਇੱਕ ਕਿਸਾਨ ਦੇ ਰੂਪ ਦੇ ਵਿੱਚ, ਮਜ਼ਦੂਰ ਦੇ ਰੂਪ ਦੇ ਵਿੱਚ, ਇੱਕ ਪੰਜਾਬੀ ਦੇ ਰੂਪ ਦੇ ਵਿੱਚ ਜੋ ਸਾਡਾ ਫਰਜ਼ ਹੈ ਉਹਨੂੰ ਨਿਭਾਈਏ। MPs ਨੇ ਆਪਣਾ ਫਰਜ਼ ਨਿਭਾਉਣਾ ਆ, ਉਹਨਾਂ ਨੇ ਆਪਣਾ ਪਾਰਲੀਮੈਂਟ 'ਚ ਵੀ ਫਰਜ਼ ਨਿਭਾਇਆ ਹੈ। ਜਦੋਂ ਬਿੱਲ ਲਿਆਂਦੇ ਗਏ ਉਦੋਂ ਵੀ ਉਹਨਾਂ ਨੇ ਉਹਦਾ ਵਿਰੋਧ ਕੀਤਾ। ਪੰਜਾਬ ਤੇ ਵਿਧਾਨ ਸਭਾ ਦੇ ਵਿੱਚ MLA ਨੇ ਆਪਣੇ ਇਹਨਾਂ ਬਿੱਲਾਂ ਦੇ ਖਿਲਾਫ, ਇਹਨਾਂ ਨੂੰ ਰੱਦ ਕਰਕੇ ਜੋ ਨਵੇਂ ਬਿੱਲ ਬਣਾ ਕੇ ਗਵਰਨਰ ਨੂੰ ਭੇਜੇ, ਜਿਹੜੇ ਕਿ ਉਹਨੇ ਅਜੇ ਤੱਕ ਰਾਸ਼ਟਰਪਤੀ ਨੂੰ ਨਹੀਂ ਭੇਜੇ। ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜੰਤਰ ਮੰਤਰ ਤੇ ਧਰਨਾ ਮਾਰ ਕੇ ਆਏ। ਇਸੇ ਤਰੀਕੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ। ਵੈਸੇ ਮੇਰਾ ਤਾਂ ਇਹ ਇਸ ਸੰਘਰਸ਼ ਦੇ ਨਾਲ ਉਸ ਦਿਨ ਦਾ ਨਾਤਾ ਜੁੜਿਆ ਹੋਇਆ ਹੈ ਜਦੋਂ ਇਹ ਆਰਡੀਨੈਂਸ ਲਿਆਂਦੇ ਗਏ ਸੀ। ਤੇ ਪਹਿਲਾਂ ਜਿਹੜੇ ਆਰਡੀਨੈਂਸ ਦੇ ਪਹਿਲਾ 15 ਜੂਨ ਦਾ ਜਿਹੜਾ ਪ੍ਰੋਗਰਾਮ ਸੀਗਾ, ਉਹ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੋਵਿਡ ਦੇ ਹੁੰਦਿਆਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਮੀਟਿੰਗ ਸੁਨੀਲ ਜਾਖੜ ਜੀ ਨੂੰ ਬੁਲਾ ਕੇ ਕੀਤੀ। ਫਿਰ 3 ਦਿਨ ਬਾਅਦ ਟਰੈਕਟਰ ਰੈਲੀ ਸਭ ਤੋਂ ਪਹਿਲੀ ਪੰਜਾਬ ਦੀ ਕੀਤੀ। ਫਿਰ ਕੋਵਿਡ ਦੇ ਦੌਰਾਨ ਧਰਨਾ ਬਹੁਤ ਵੱਡਾ ਮੰਡੀ ਦੇ ਵਿੱਚ ਮਾਰਿਆ, ਫਿਰ GT ਰੋਡ ਤੇ ਮਾਰਿਆ, ਫਿਰ ਜਿੱਥੇ ਕਿਸਾਨ ਯੂਨੀਅਨਾਂ ਨੇ ਸੱਦਾ ਦਿੱਤਾ ਉੱਥੇ ਗਏ। ਲਗਾਤਾਰ ਇਸ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ, ਜਿਹੜੀ ਮੇਰੀ ਜ਼ਿੰਮੇਵਾਰੀ ਹੈਗੀ ਹੈ, ਫਿਰ ਜਦੋਂ ਮੈਂ ਕਿਹਾ, ਵਿਧਾਨ ਸਭਾ 'ਚ ਕਹਿ ਦਿੱਤਾ ਸੀ ਵੀ ਇਸ ਕਾਲੇ ਕਾਨੂੰਨ ਨੂੰ ਜੇ ਪਾਰਲੀਮੈਂਟ 'ਚ ਪਾਸ ਕੀਤਾ ਤਾਂ ਉਸ ਦਿਨ ਦਾ ਸਾਕਸ਼ੀ ਬਤੌਰ MLA ਨਹੀਂ ਬਣੂੰਗਾ। ਤੇ ਜਿੱਦਣ ਇਹ ਪਾਸ ਹੋਇਆ ਉਸ ਦਿਨ ਆਪਾਂ ਆਪਣਾ ਜੋ ਲੋਕਾਂ ਦੇ ਇੱਕ ਮੈਨੂੰ ਸਭ ਤੋਂ ਵੱਡੀ ਤਾਕਤ ਦਿੱਤੀ ਸੀ MLA ਦੀ, ਉਹਦਾ ਰਿਜ਼ਾਈਨ ਜਿਹੜਾ ਹੈਗਾ ਆ ਉਸ ਦਿਨ ਆਪਣਾ ਅਸਤੀਫਾ ਭੇਜ ਦਿੱਤਾ। ਸੋ ਆਪਣੇ ਆਪ ਨੂੰ ਇੱਕ ਕਿਸਾਨ ਦੇ ਰੂਪ ਦੇ ਵਿੱਚ, ਨੇਤਾ ਦੇ ਰੂਪ ਦੇ ਵਿੱਚ, ਨਾ ਇਹਦੇ ਵਿੱਚ ਕੋਈ ਅਗਵਾਈ ਕਰੀਦੀ ਆ, ਪਿੱਛੇ ਆ ਕੇ ਬੈਠੀਦਾ ਆ, ਆਪਣੀਆਂ ਟਰਾਲੀਆਂ ਦੇ ਵਿੱਚ ਜਾ ਕੇ ਬੈਠੀਦਾ ਆ, ਲੋਕਾਂ ਦੇ ਨਾਲ ਲੰਗਰ 'ਚ ਸੇਵਾ ਕਰੀਦੀ ਆ। ਜੋ ਸਾਡਾ ਕੰਮ ਬਣਦਾ ਆ, ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਉਹ ਪਹੁੰਚਾਈਦੀ ਹੈ, ਜਾਂ ਹੋਰ ਪਿੰਡਾਂ ਦੇ ਵਿੱਚੋਂ ਜੋ ਉਹਨਾਂ ਨੂੰ ਪਿੱਛੋਂ ਮੋਬਿਲਾਈਜੇਸ਼ਨ ਕੀਤੀ ਜਾ ਸਕਦੀ ਹੈ। ਸੋ ਆਪਣੀ ਜ਼ਿੰਮੇਵਾਰੀ ਅਸੀਂ ਆਪਣੀ ਨਿਭਾ ਰਹੇ ਹਾਂ। ਸਾਡਾ ਕਿਉਂਕਿ ਗੱਲ ਇੱਥੇ ਅਗਵਾਈ ਦੀ ਨਹੀਂ ਗੀ, ਗੱਲ ਇੱਥੇ ਕੋਈ ਕਿਸੇ ਲੀਡਰਸ਼ਿਪ ਦੀ ਨਹੀਂ ਗੀ, ਗੱਲ ਇੱਥੇ ਇਹ ਹੈ ਕਿ ਇਸ ਸੰਘਰਸ਼ ਨੂੰ ਕਾਮਯਾਬ ਸੰਘਰਸ਼ ਕਰਨ ਦੇ ਵਿੱਚ ਕੀ ਯੋਗਦਾਨ ਕਿਹੜਾ ਵਿਅਕਤੀ ਕਿਵੇਂ ਪਾ ਸਕਦਾ, ਗੱਲ ਉਸ ਗੱਲ ਦੀ ਹੈ। ਨਾਗਰਾ ਸਾਹਿਬ, ਬਹੁਤ ਲੰਬਾ ਸਮਾਂ ਤੁਹਾਡਾ ਰਾਜਨੀਤੀ ਦੇ ਵਿੱਚ ਹੈ। ਕਿਹਾ ਜਾਂਦਾ ਕਿ ਕੰਡੇ ਨਾਲ ਕੰਡਾ ਹੀ ਕੱਢਿਆ ਜਾ ਸਕਦਾ, ਤੇ ਜੇ ਅਦਰਵਾਈਜ਼ ਜਿਹੜਾ ਕੰਡਾ ਉਹ ਨਿਕਲ ਨਹੀਂ ਸਕਦਾ ਹੁੰਦਾ। ਇਹ ਰਾਜਨੀਤੀ ਆ, ਸ਼ਤਰੰਜ, ਇੱਕ ਗਹਿਰੀ ਸ਼ਤਰੰਜ ਹੈ। ਕੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਜਿੱਤ ਲੇਗੀ, ਜਾਂ ਜਿਹੜੇ ਕਿਸਾਨ ਨੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲੈਣਗੇ? ਦੇਖੋ, ਸਾਡੇ ਜਿਹੜੇ ਕਿਸਾਨ ਲੀਡਰ ਨੇ ਨਾ, ਬੜੇ ਸਿਆਣੇ ਨੇ, ਗੁੜੇ ਹੋਏ ਨੇ। ਉਹਨਾਂ ਨੇ ਬੜੀ ਲੰਬੀ ਜ਼ਿੰਦਗੀ ਕਿਸਾਨੀ ਸੰਘਰਸ਼ਾਂ ਦੇ ਵਿੱਚੋਂ ਕੱਢੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਕਿਸੇ ਵਰਗਲੇਵੇਂ ਦੇ ਵਿੱਚ BJP ਲੈ ਨਹੀਂ ਸਕਦੀ। ਔਰ ਲੋਕਾਂ ਦਾ ਵੀ ਇੰਨਾ ਕੁ
ਮਤਲਬ ਸਹਿਯੋਗ ਹੈ ਉਹਨਾਂ ਨੂੰ ਕਿ ਉਹ ਕਿਸੇ ਵੀ ਕੀਮਤ ਤੇ ਕਿਸੇ ਤਰ੍ਹਾਂ ਦੀ ਢਿੱਲੀ ਗੱਲ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਜਿਹੜਾ ਪੰਜਾਬ ਤੋਂ, ਪੂਰੇ ਹਿੰਦੁਸਤਾਨ ਤੋਂ, ਹਰਿਆਣੇ ਤੋਂ ਜਿਹੜਾ ਇਹ ਐਡਾ ਵੱਡਾ ਵਿਸ਼ਵਾਸ ਮਿਲਿਆ ਆ। ਮੈਨੂੰ ਐਂ ਲੱਗਦਾ ਕਿ ਸਾਰੇ ਲੀਡਰ ਜਿਹੜੇ ਨੇ ਬੜੇ ਸਮਝਦਾਰ ਨੇ, ਬੜੇ ਸੁਲਝੇ ਹੋਏ ਨੇ ਔਰ ਕਿਸਾਨ ਸੰਘਰਸ਼ਾਂ ਚੋਂ ਨਿਕਲੇ ਹੋਏ ਨੇ। ਇਹ ਕੋਈ ਬੀਜੇਪੀ ਵਾਲਿਆਂ ਦਾ ਓਡਾ ਵੱਡਾ ਸੰਘਰਸ਼ ਨਹੀਂਗਾ ਜਿੰਨਾ ਵੱਡਾ ਉਹਨਾਂ ਦਾ ਸੰਘਰਸ਼ ਹੈ ਜ਼ਿੰਦਗੀ ਦਾ, ਤੇ ਉਹ ਵੀ ਬੜੇ ਗੁੜੇ ਹੋਏ ਲੀਡਰ ਨੇ। ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਕਾਂਗਰਸ ਕਿਤੇ ਨਾ ਕਿਤੇ ਨਾਲ ਜੁੜੀ ਹੈ। ਦੂਜੇ ਅਕਾਲੀ ਦਲ ਦੇ ਲੋਕਾਂ ਦੀ ਗੱਲ ਕਰੀਏ, ਉਹ ਪੰਜਾਬ ਦੇ ਵਿੱਚ ਜੁੜੇ ਸਨ, ਪਰ ਹੁਣ 2 ਦਿਨ ਪਹਿਲਾਂ ਰਾਹੁਲ ਗਾਂਧੀ, ਰਾਹੁਲ ਸੀਤਾਰਾਮ ਯੇਚੂਰੀ ਔਰ ਸ਼ਰਦ ਪਵਾਰ, ਹੋਰ ਪਾਰਟੀਆਂ ਦੇ ਲੀਡਰ ਰਾਸ਼ਟਰਪਤੀ ਨੂੰ ਮਿਲ ਕੇ ਆਏ ਨੇ। ਕੋਈ ਆਸ਼ਵਾਸਨ ਮਿਲਿਆ ਰਾਸ਼ਟਰਪਤੀ ਵੱਲੋਂ? ਦੇਖੋ, ਉਹਨਾਂ ਦਾ ਫਰਜ਼ ਬਣਦਾ ਆ, ਸਮੁੱਚੀ ਆਪੋਜੀਸ਼ਨ ਦਾ ਫਰਜ਼ ਬਣਦਾ ਆ ਕਿ ਦੇਸ਼ ਦੇ ਕਿਸਾਨ ਬੜੇ ਵੱਡੇ ਲੈਵਲ ਦੇ ਉੱਤੇ ਆਪਣੇ ਸੰਘਰਸ਼ ਦੇ ਵਿੱਚ ਨੇ, ਤੇ ਉਹ ਜਿਹੜਾ ਵੀ ਕੋਈ ਆਪੋਜੀਸ਼ਨ ਦਾ ਲੀਡਰ ਹੈ, ਉਹ ਕਿਸੇ ਵੀ ਪਾਰਟੀ ਦਾ, ਚਾਹੇ ਰਾਹੁਲ ਗਾਂਧੀ ਜੀ ਨੇ, ਚਾਹੇ ਸੀਤਾਰਾਮ ਯੇਚੂਰੀ ਜੀ ਨੇ, ਚਾਹੇ ਸ਼ਰਦ ਪਵਾਰ ਜੀ ਨੇ, ਚਾਹੇ ਉਹ ਆਪਣੇ ਅਖਿਲੇਸ਼ ਯਾਦਵ ਜੀ ਨੇ, ਚਾਹੇ ਉਹ ਆਰਜੇਡੀ ਦੇ ਆਪਣੇ ਲਾਲੂ ਪ੍ਰਸਾਦ ਯਾਦਵ ਜੀ ਦੇ ਬੇਟੇ ਤੇਜਸਵੀ ਯਾਦਵ ਜੀ ਨੇ, ਚਾਹੇ ਉਹ ਮਾਇਆਵਤੀ ਜੀ ਨੇ, ਚਾਹੇ ਮਮਤਾ ਬੈਨਰਜੀ ਨੇ, ਚਾਹੇ ਡੀਐਮਕੇ ਦੇ ਜਿਹੜੇ ਨੇ ਸਟਾਲਿਨ ਨੇ, ਮਤਲਬ ਚਾਹੇ ਐਨਸੀਪੀ ਹੈ, ਚਾਹੇ ਉਹ ਸ਼ਿਵ ਸੈਨਾ ਆ, ਹਰ ਜਿਹੜੀ ਆਪੋਜੀਸ਼ਨ ਪਾਰਟੀ ਹੈ, ਪਾਰਟੀਆਂ ਦੇ ਵਿੱਚ ਜਦੋਂ ਵੀ ਕੋਈ ਜਿਹੜੀਆਂ ਸੋਸ਼ਲ ਜਾਂ ਕਿਸਾਨੀ ਜਥੇਬੰਦੀਆਂ ਜਾਂ ਕਿਸੇ ਤਰ੍ਹਾਂ ਦਾ ਇਹੋ ਜਿਹਾ ਅਨਰੈਸਟ ਦੇਸ਼ ਦੇ ਵਿੱਚ ਹੁੰਦਾ ਹੈ ਕਿਸੇ ਵੱਡੀ ਮੰਗ ਨੂੰ ਲੈ ਕੇ, ਤਾਂ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦਾ ਫਰਜ਼ ਬਣਦਾ ਆ, ਕਿਉਂਕਿ ਉਹ ਪਾਰਲੀਮੈਂਟ ਮੈਂਬਰ ਵੀ ਨੇ ਔਰ ਉਹ ਪਾਰਟੀਆਂ ਆਪਣੀਆਂ ਜਥੇਬੰਦੀਆਂ ਚਲਾਉਂਦੇ ਨੇ, ਕਿ ਉਹਨਾਂ ਦਾ ਜਿਹੜਾ ਫਰਜ਼ ਹੈ ਉਹ ਆਪਣਾ ਫਰਜ਼ ਨਿਭਾਉਣ। ਉਹ ਆਪਣਾ ਫਰਜ਼ ਰਾਸ਼ਟਰਪਤੀ ਕੋਲੇ ਨਿਭਾ ਕੇ ਆਏ ਨੇ ਔਰ ਰਾਸ਼ਟਰਪਤੀ ਨੇ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ, ਕਿਉਂਕਿ ਪੂਰੀ ਦੀ ਪੂਰੀ ਆਪੋਜੀਸ਼ਨ ਕਿਸਾਨ ਜਥੇਬੰਦੀਆਂ ਨੂੰ ਸਪੋਰਟ ਕਰ ਰਹੀ ਹੈ। ਭਾਰਤ ਬੰਦ ਨੂੰ ਸਪੋਰਟ ਕੀਤਾ ਆ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਐਜੀਟੇਸ਼ਨ ਹੋਊਗੀ ਉਹਨੂੰ ਸਪੋਰਟ ਕਰਨਗੇ, ਪਰ ਲੀਡ ਨਹੀਂ ਕਰਨਗੇ, ਕਿਉਂਕਿ ਲੀਡ ਕਰਨ ਦੇ ਨਾਲ ਕਿਤੇ ਨਾ ਕਿਤੇ ਗੱਲ ਇਸ ਪਾਸੇ ਨੂੰ ਚਲੇ ਜਾਂਦੀ ਆ ਵੀ ਸਿਆਸੀ ਲੀਡਰ ਕਿਤੇ ਸਿਆਸੀ ਰੋਟੀਆਂ ਨਾ ਸਿੱਕ ਜਾਣ। ਆ ਤੁਹਾਡੇ ਕੋਲ ਇੱਥੇ ਬੈਠਾ ਆ, ਕਿਸੇ ਨੂੰ ਵੀ ਨਹੀਂ ਪਤਾ, ਕਈ ਵਾਰੀ ਤਾਂ ਆਪਣੇ ਇੱਥੇ ਠਾਠੀ ਬੰਨ ਕੇ ਆ ਜੀਦਾ ਆ, ਪਰ ਗੱਲ ਇਹ ਹੈ ਵੀ ਸਾਡਾ ਫਰਜ਼ ਕੀ ਹੈ, ਸਾਡਾ ਜਿਹੜੀ ਡਿਊਟੀ ਕੀ ਹੈ। ਜਿੱਦਣ ਸਾਡੀ ਦੂਜੀ ਡਿਊਟੀ ਹੈ, ਜਿੱਦਣ ਵਿਧਾਨ ਸਭਾ ਦੀ ਡਿਊਟੀ, ਉੱਥੇ ਗਰਜੀ ਦਾ ਆ, ਜਿੱਦਣ ਕੋਈ ਸਿਆਸੀ ਗੱਲ ਹੁੰਦੀ ਹੈ ਉੱਥੇ ਗਰਜੀ ਦਾ ਆ ਪੂਰਾ ਠੋਕ ਕੇ। ਅੱਜ ਇੱਥੇ ਜਿਹੜੇ ਰੂਪ ਦੇ ਵਿੱਚ ਸਾਨੂੰ ਸੇਵਾ ਕਰਨ ਦੀ ਲੋੜ ਹੈ, ਉਸੇ ਰੂਪ 'ਚ ਕਰਨੀ ਸਾਡੀ ਬਣਦੀ ਹੈ, ਉਸੇ ਰੂਪ 'ਚ ਕਰ ਰਹੇ ਹਾਂ। ਬਿਲਕੁਲ, ਦੇਖੋ ਲਗਾਤਾਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਲਜੀਤ ਸਿੰਘ ਨਾਗਰਾ ਜੋ ਕਿ ਇੱਕ ਵੱਡੀ ਰਾਜਨੀਤੀ ਦੇ ਵਿੱਚ ਸਾਲਾਂ ਦੀ ਇਹਨਾਂ ਦੀ ਪਕੜ ਹੈ ਔਰ ਇੱਕ ਆਮ ਲੋਕਾਂ ਦੀ ਤਰ੍ਹਾਂ ਬੈਠੇ, ਆਮ ਕਿਸਾਨਾਂ ਦੇ ਨਾਲ ਬੈਠੇ ਨੇ, ਕਿਉਂਕਿ ਕਿਸਾਨਾਂ ਦੇ ਪੁੱਤਰ ਨੇ, ਕਿਸਾਨਾਂ ਦੇ ਹੱਕਾਂ ਦੀ ਰਾਖੀ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਆਮ ਲੋਕਾਂ ਦੀ ਤਰ੍ਹਾਂ ਕਾਂਗਰਸੀ ਲੀਡਰ ਜਿਹੜੇ ਨੇ ਨਾਲ ਬੈਠੇ ਨੇ ਔਰ ਵੱਖ-ਵੱਖ ਜਿੱਥੇ ਤੱਕ ਨਜ਼ਰ ਦੌੜਾਈਏ, ਦੂਰ ਤੱਕ ਨਜ਼ਰ ਦੌੜਾਈਏ, ਕਿਸਾਨਾਂ ਦੇ ਵਿੱਚ ਇੱਕ ਕਿਸਾਨ ਦੇ ਪੁੱਤਰ ਦੇ ਵਾਂਗ ਬੈਠਣਾ, ਇੱਕ ਆਮ ਲੋਕਾਂ ਦੀ ਤਰ੍ਹਾਂ ਸੇਵਾ ਕਰਨਾ, ਇਹ ਵੀ ਬਹੁਤ ਵੱਡੀ ਗੱਲ ਹੈ। ਔਰ ਇਸੇ ਤਰ੍ਹਾਂ ਨਾਗਰਾ ਸਾਹਿਬ ਕਿਸਾਨਾਂ ਦੇ ਹੱਕਾਂ ਦੇ ਲਈ ਜੁੜੇ ਰਹੋ, ਲੱਗੇ ਰਹੋ। ਸਕਾਈ ਨਿਊਜ਼ ਪੰਜਾਬ ਵੱਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਅਸਲ 'ਚ ਇਹ ਜਿਹੜਾ ਸੰਘਰਸ਼ ਹੈ, ਇਹ ਸੰਘਰਸ਼ ਜਿਹੜਾ ਆ ਸਾਡੀ ਹੋਂਦ ਦਾ ਸੰਘਰਸ਼ ਹੈ ਔਰ ਮੈਂ ਸਮਝਦਾ ਕਿ ਇਹਦੇ 'ਚ ਪ੍ਰਮਾਤਮਾ ਸਾਡੀ ਹੋਂਦ ਨੂੰ ਬਚਾਉਣ ਦੇ ਲਈ ਸਾਡਾ ਸਾਥ ਦੇਊਗਾ। ਧੰਨਵਾਦ। ਬਿਲਕੁਲ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਕਿ ਸਾਨੂੰ ਪਤਾ ਹੈ ਕਿ ਜਿਹੜਾ ਪਰਮਾਤਮਾ ਹੈ ਜਿੱਤ ਦੇ ਵਿੱਚ ਸਾਡਾ ਸਾਥ ਦੇਗਾ ਔਰ ਪਰਮਾਤਮਾ ਕਰੇ ਕਿ ਜਿਹੜੇ ਕ੍ਰਿਸ਼ੀ ਕਾਨੂੰਨ ਬਣਾਏ ਨੇ ਨਰਿੰਦਰ ਮੋਦੀ ਸਰਕਾਰ ਨੇ, ਇਹ ਛੇਤੀ ਤੋਂ ਛੇਤੀ ਰੱਦ ਹੋ ਜਾਣ, ਤਾਂ ਜਿਹੜੇ ਸਾਡੇ ਕਿਸਾਨ ਵੀਰ ਸੜਕਾਂ ਦੇ ਉੱਤੇ ਠੰਡ ਦੇ ਵਿੱਚ ਸੁੱਤੇ ਪਏ ਨੇ ਆਪਣੇ ਘਰਾਂ ਨੂੰ ਪਰਤ ਸਕਣ ਔਰ ਜਿੱਤ ਲੈ ਕੇ ਪਰਤ ਸਕਣ। ਸਭ ਤੋਂ ਵੱਡੀ ਗੱਲ ਇਹ ਹੈ। ਕੈਮਰਾਮੈਨ ਦੀਪਕ ਤੇ ਜਸ਼ਨਪ੍ਰੀਤ ਸਿੰਘ ਦੇ ਨਾਲ ਸ਼ਿਵ ਨਾਰਾਇਣ ਜਾਂਗੜਾ, ਦਿੱਲੀ ਸਿੰਘੂਪੁਰ ਬਾਰਡਰ ਤੋਂ। ਤੁਸੀਂ ਹੱਕ ਤੇ ਸੱਚ ਦੀ ਰਾਖੀ ਲਈ, ਸੱਚੀ ਤੇ ਸੱਡੀ ਖਬਰਾਂ ਲਈ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ।